Religion Outlook. ਸ਼ਲੋਕ। ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਜੋ ਮਨੁੱਖ ਸੰਤਾਂ ਦੀ ਸ਼ਰਨ ਪੈਂਦਾ ਹੈ, ਉਹ ਇਸ ਸੰਸਾਰ ਸਮੁੰਦਰ ਤੋਂ ਉਧਰ ਜਾਂਦਾ ਹੈ, ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ। ਪਰ ਦੂਜੇ ਪਾਸੇ ਜੋ ਮਨੁੱਖ ਸੰਤਾਂ ਦੀ ਨਿੰਦਿਆ ਕਰਦਾ ਹੈ, ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ। ਨਿੰਦਿਆ ਤੇ ਖੈਰ ਸੰਤਾਂ ਦੀ ਹੀ ਕੀ, ਕਿਸੇ ਦੀ ਵੀ ਕਰਨੀ ਮਾੜੀ ਹੈ, ਖਾਸ ਕਰਕੇ ਇਹ ਜਾਣਦੇ ਹੋਏ ਕਿ ਉਹ ਇਨਸਾਨ ਸਹੀ ਕੰਮ ਕਰ ਰਿਹਾ ਹੈ। ਅਸੀਂ ਆਪਣੀ ਹਉਮੈ ਦੇ ਵਿੱਚ ਆ ਕੇ ਜਦੋਂ ਕਿਸੇ ਦੀ ਨਿੰਦਿਆ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਹੀ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਹਾਂ, ਕਿਉਂਕਿ ਧੁਰ ਅੰਦਰ ਸਾਨੂੰ ਪਤਾ ਹੁੰਦਾ ਹੈ ਕਿ ਉਹ ਇਨਸਾਨ ਗਲਤ ਕੰਮ ਨਹੀਂ ਕਰ ਰਿਹਾ, ਪਰ ਅਸੀਂ ਆਪਣੀ ਹਉਮੈ ਨੂੰ, ਆਪਣੀ ਈਗੋ ਨੂੰ ਸੰਤੁਸ਼ਟ ਕਰਨ ਦੇ ਲਈ ਉਹਦੀ ਨਿੰਦਿਆ ਕਰਦੇ ਹਾਂ, ਤਾਂ ਅਸੀਂ ਆਪਣੇ ਹੀ ਬਣਾਏ ਹੋਏ ਝੂਠ ਦੇ ਜਾਲ ਦੇ ਵਿੱਚ ਫਸ ਜਾਂਦੇ ਹਾਂ। ਕਿਸੇ ਨੂੰ ਨਹੀਂ ਪਤਾ ਹੁੰਦਾ ਸਾਡੇ ਅੰਦਰ ਕੀ ਚੱਲ ਰਿਹਾ ਹੈ, ਪਰ ਸਾਨੂੰ ਜ਼ਰੂਰ ਪਤਾ ਹੁੰਦਾ ਹੈ। ਸਾਨੂੰ ਬੜਾ ਫਿਰ ਧਿਆਨ ਰੱਖਣਾ ਪੈਂਦਾ ਹੈ ਆਪਦੇ ਉਸ ਝੂਠ ਨੂੰ, ਜੋ ਅਸੀਂ ਆਪਣੇ ਆਪ ਨੂੰ ਬੋਲਿਆ ਹੈ, ਉਹਨੂੰ ਜਿਉਂਦਾ ਰੱਖਣ ਦੇ ਲਈ। ਨਿੰਦਿਆ ਤੇ ਆਲੋਚਨਾ ਦੇ ਵਿੱਚ ਫਰਕ ਹੁੰਦਾ ਹੈ। ਬਹੁਤ ਜਲਦੀ ਤੁਹਾਡੇ ਤੱਕ ਇਸ ਸਬਜੈਕਟ ਦੇ ਉੱਪਰ ਵੀਡੀਓ ਲੈ ਕੇ ਆਉਂਦੇ ਹਾਂ ਕਿ ਨਿੰਦਿਆ ਤੇ ਆਲੋਚਨਾ ਦੇ ਵਿੱਚ ਕੀ ਫਰਕ ਹੁੰਦਾ ਹੈ। ਹੁਣ ਆਪਾਂ ਅੱਜ ਦੇ ਅੰਗ ਦੀ ਬਾਣੀ ਨੂੰ ਅੱਗੇ ਵਧਾਉਂਦੇ ਹਾਂ। ਅਸ਼ਟਪਦੀ। ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਗੁਰਬਾਣੀ ਦੇ ਵਿੱਚ ਗੁਰੂ ਦੀ, ਸੰਤ ਦੀ ਇੱਕ ਬਹੁਤ ਵੱਡੀ ਮਹਿਮਾ ਹੈ, ਬਹੁਤ ਵੱਡੀ ਮਹੱਤਤਾ ਹੈ, ਬਹੁਤ ਵੱਡਾ ਰੋਲ ਹੈ। ਗੁਰੂ ਨੂੰ ਅਸੀਂ ਰੱਬ ਦਾ ਹੀ ਰੂਪ ਸਮਝਦੇ ਹਾਂ, ਪਰ ਜੇ ਉਹ ਗੁਰੂ ਅਸਲ ਦੇ ਵਿੱਚ ਗੁਰੂ ਹੋਵੇ, ਜੇ ਉਹ ਸੰਤ ਅਸਲ ਦੇ ਵਿੱਚ ਸੰਤ ਹੋਵੇ, ਇਹ ਨਾ ਹੋਵੇ ਕਿ ਲਿਬਾਸ ਸੰਤ ਦਾ ਪਾਇਆ ਹੈ, ਪਰ ਉਹਦੇ ਕਾਰਜ, ਉਹਦੀ ਕਰਨੀ, ਉਹਦੀ ਰਹਿਣੀ ਬਹਿਣੀ ਸੰਤਾਂ ਵਾਲੀ ਨਹੀਂ ਹੈ। ਇਹ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਸੱਚਮੁੱਚ ਹੀ ਸੰਤ ਹੈ, ਜੇਕਰ ਕੋਈ ਸੱਚਮੁੱਚ ਹੀ ਗੁਰੂ ਹੈ, ਤਾਂ ਉਹਦੀ ਬਹੁਤ ਵੱਡੀ ਮਹਿਮਾ ਹੈ। ਤੇ ਅਜਿਹੇ ਇਨਸਾਨ ਦੀ ਜੇਕਰ ਅਸੀਂ ਨਿੰਦਿਆ ਕਰੀਏ, ਤਾਂ ਗੁਰੂ ਜੀ ਲਿਖਦੇ ਹਨ ਕਿ ਸੰਤ ਕੈ ਦੁਖਨ ਆਰਜਾ ਘਟੈ। ਜੇਕਰ ਅਸੀਂ ਸੰਤਾਂ ਦੀ ਨਿੰਦਿਆ ਕਰਦੇ ਹਾਂ, ਤਾਂ ਸਾਡੀ ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ। ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ। ਸੰਤ ਕੈ ਦੁਖਨ ਸੁਖ ਸਭ ਜਾਏ। ਸਾਡੇ ਸਾਰੇ ਸੁੱਖ ਲੁੱਟੇ ਜਾਂਦੇ ਹਨ। ਸੰਤ ਕੈ ਦੁਖਨ ਨਰਕ ਮਹਿ ਪਾਏ। ਸੰਤਾਂ ਦੀ ਨਿੰਦਿਆ ਕੀਤਿਆਂ ਅਸੀਂ ਨਰਕਾਂ ਦੇ ਭਾਗੀਦਾਰ ਹੋ ਜਾਂਦੇ ਹਾਂ, ਭਾਵ ਘੋਰ ਦੁੱਖਾਂ ਦੇ ਵਿੱਚ ਚਲੇ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਂਦੇ। ਜਦੋਂ ਸਾਨੂੰ ਪਤਾ ਹੋਵੇ ਕਿ ਜਿਸ ਇਨਸਾਨ ਦੇ ਬਾਰੇ ਅਸੀਂ ਬੁਰਾ ਬੋਲਣ ਵਾਲੇ ਹਾਂ ਜਾਂ ਬੋਲਣ ਲੱਗੇ ਹਾਂ, ਉਹ ਤੇ ਬੜਾ ਹੀ ਭਲਾ ਇਨਸਾਨ ਹੈ, ਸਾਡੇ ਧੁਰ ਅੰਦਰ ਜੋ ਸਾਨੂੰ ਪਤਾ ਹੈ ਕਿ ਉਹ ਇਨਸਾਨ ਚੰਗਾ ਹੈ, ਉਸ ਪਤੇ ਹੋਏ ਗੱਲ ਨੂੰ ਅਸੀਂ ਆਪਣੇ ਅੰਦਰੋਂ ਮਿਟਾ ਨਹੀਂ ਸਕਦੇ। ਪਰ ਜਿਹੜੀ ਸਾਡੇ ਮਨ ਦੀ ਉੱਪਰਲੀ ਸਤਹ ਹੈ, ਜਿੱਥੇ ਸਾਡੀ ਈਗੋ ਵਸੀ ਹੋਈ ਹੈ, ਸਾਡੀ ਹਉਮੈ ਹੈ, ਆਪਣੀ ਹਉਮੈ ਦੇ ਕਰਕੇ ਅਸੀਂ ਉਸ ਭਲੇ ਇਨਸਾਨ ਨੂੰ ਵੀ ਬੁਰਾ ਕਹਿ ਛੱਡਦੇ ਹਾਂ। ਹੁਣ ਉੱਥੇ ਸਾਡੇ ਅੰਦਰ ਹੀ ਇੱਕ ਵਿਵਾਦ ਪੈਦਾ ਹੋ ਜਾਂਦਾ ਹੈ। ਸਾਡੇ ਮਨ ਦਾ ਇੱਕ ਹਿੱਸਾ ਸਾਨੂੰ ਦੱਸ ਰਿਹਾ ਹੁੰਦਾ ਹੈ ਕਿ ਉਹ ਇਨਸਾਨ ਭਲਾ ਹੈ, ਤੇ ਸਾਡੇ ਹੀ ਮਨ ਦਾ ਦੂਸਰਾ ਹਿੱਸਾ ਸਾਡੇ ਤੋਂ ਇਹ ਕਹਾ ਰਿਹਾ ਹੁੰਦਾ ਹੈ ਕਿ ਉਹ ਇਨਸਾਨ ਬੁਰਾ ਹੈ। ਮਨ ਦੇ ਅੰਦਰ ਹੀ ਲੜਾਈ ਪੈਦਾ ਹੋ ਜਾਂਦੀ ਹੈ, ਤੇ ਉਸੇ ਲੜਾਈ ਦੇ ਕਾਰਨ ਸਾਡੇ ਸੁੱਖ ਲੁੱਟੇ ਜਾਂਦੇ ਨੇ, ਦੁੱਖਾਂ ਦੇ ਅਸੀਂ ਭਾਗੀਦਾਰ ਹੋ ਜਾਂਦੇ ਹਾਂ। ਸੰਤ ਕੈ ਦੁਖਨ ਮਤ ਹੋਏ ਮਲੀਨ।
ਸੰਤ ਕੈ ਦੂਖਨ ਸ਼ੋਭਾ ਤੇ ਹੀਨ। ਸੰਤਾਂ ਦੀ ਨਿੰਦਿਆ ਕੀਤਿਆਂ ਮਨੁੱਖ ਦੀ ਮੱਤ ਮੈਲੀ ਹੋ ਜਾਂਦੀ ਹੈ ਤੇ ਸ਼ੋਭਾ ਤੋਂ ਉਹ ਮਨੁੱਖ ਸੱਖਣਾ ਹੋ ਜਾਂਦਾ ਹੈ। ਸੰਤ ਕੇ ਹਤੇ ਕਉ ਰੱਖੈ ਨਾ ਕੋਈ। ਜਿਸ ਮਨੁੱਖ ਨੂੰ ਸੰਤਾਂ ਨੇ ਫਿਟਕਾਰ ਦਿੱਤਾ ਉਸ ਮਨੁੱਖ ਨੂੰ ਕੋਈ ਵੀ ਨਹੀਂ ਰੱਖਦਾ, ਭਾਵ ਉਹਦੀ ਕੋਈ ਵੀ ਸਹਾਇਤਾ ਨਹੀਂ ਕਰਦਾ। ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਥਾਨ ਤੋਂ ਭਾਵ ਸਾਡਾ ਹਿਰਦਾ। ਸੰਤਾਂ ਦੀ ਨਿੰਦਿਆ ਕੀਤਿਆਂ ਸਾਡਾ ਹਿਰਦਾ ਭ੍ਰਸ਼ਟ ਹੋ ਜਾਂਦਾ ਹੈ, ਗੰਦਾ ਹੋ ਜਾਂਦਾ ਹੈ। ਫਿਰ ਵੀ ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਜੇਕਰ ਕਿਰਪਾਲੂ ਸੰਤ ਸਾਡੇ ਤੇ ਕਿਰਪਾ ਕਰ ਦੇਵੇ, ਉਸ ਮਨੁੱਖ ਤੇ ਜੋ ਉਹਨਾਂ ਦੀ ਨਿੰਦਿਆ ਕਰ ਰਿਹਾ ਹੈ ਉਹਦੇ ਤੇ ਵੀ ਜੇਕਰ ਸੰਤ ਕਿਰਪਾ ਕਰ ਦੇਵੇ ਤਾਂ ਉਹ ਨਿੰਦਕ ਵੀ ਤਰ ਜਾਂਦਾ ਹੈ। ਸੰਤ ਕੇ ਦੂਖਨ ਤੇ ਮੁਖ ਭਵੈ, ਸੰਤਨ ਕੈ ਦੂਖਨ ਕਾਗ ਜਿਉ ਲਵੈ। ਸੰਤ ਦੀ ਨਿੰਦਾ ਕਰਨ ਨਾਲ ਨਿੰਦਕ ਦਾ ਮੁਖ ਭੌਂ ਜਾਂਦਾ ਹੈ, ਭਾਵ ਕਿ ਉਹਦਾ ਚਿਹਰਾ ਭ੍ਰਸ਼ਟਿਆ ਜਾਂਦਾ ਹੈ। ਉਹਨੂੰ ਨਿੰਦਾ ਕਰਨ ਦੀ ਅਜਿਹੀ ਆਦਤ ਪੈ ਜਾਂਦੀ ਹੈ ਜਿਸ ਪ੍ਰਕਾਰ ਕਾਂ ਥਾਂ ਥਾਂ ਤੇ ਕੌਂ ਕੌਂ ਕਰਦਾ ਫਿਰਦਾ ਹੁੰਦਾ ਹੈ, ਉਵੇਂ ਹੀ ਉਹ ਨਿੰਦਕ ਥਾਂ ਥਾਂ ਜਾ ਕੇ ਉਸ ਭਲੇ ਇਨਸਾਨ ਦੀ, ਉਸ ਸੰਤ ਜਨ ਦੀ ਨਿੰਦਾ ਕਰਦਾ ਰਹਿੰਦਾ ਹੈ। ਸੰਤਨ ਕੈ ਦੂਖਨ ਸਰਪ ਜੋਨ ਪਾਏ, ਸੰਤ ਕੈ ਦੂਖਨ ਤ੍ਰਿਗਦ ਜੋਨ ਕਿਰਮਾਏ। ਸੰਤਾਂ ਦਾ ਦੋਖੀ ਖੋਟੇ ਸੁਭਾਅ ਵਾਲਾ ਬਣ ਜਾਂਦਾ ਹੈ, ਸੱਪ ਦੀ ਜੂਨ ਵਿੱਚ ਜਾ ਪੈਂਦਾ ਹੈ, ਨਿੱਕੇ ਨਿੱਕੇ ਕੀੜੇ ਮਕੌੜਿਆਂ ਦੀ ਜੂਨ ਵਿੱਚ ਜਾ ਪੈਂਦਾ ਹੈ। ਸੰਤਨ ਕੈ ਦੂਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੂਖਨ ਸਭ ਕੋ ਛਲੈ। ਉਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਪੈਦਾ ਹੁੰਦੀ ਹੈ, ਉਸੇ ਅੱਗ ਦੇ ਵਿੱਚੋਂ ਹੀ ਨਿੰਦਾ ਨਿਕਲਦੀ ਹੈ। ਜੇਕਰ ਕੋਈ ਇਨਸਾਨ ਸੰਤ ਹੈ, ਭਲੇ ਕੰਮ ਕਰ ਰਿਹਾ ਹੈ, ਜ਼ਾਹਿਰ ਜਿਹੀ ਗੱਲ ਹੈ ਕਿ ਦੁਨੀਆ ਦੇ ਵਿੱਚ ਉਹਦੀ ਸ਼ੋਭਾ ਬਣ ਜਾਏਗੀ। ਲੋਕ ਉਹਨੂੰ ਪਸੰਦ ਕਰਨ ਲੱਗਣਗੇ, ਲੋਕ ਉਹਦੇ ਨਾਲ ਜੁੜਨ ਲੱਗਣਗੇ। ਤੇ ਉਹਦੀ ਨਿੰਦਾ ਕੌਣ ਕਰੇਗਾ? ਜੋ ਆਪਣੇ ਆਪ ਨੂੰ ਉਹਦਾ ਵਿਰੋਧੀ ਸਮਝ ਬੈਠੇਗਾ, ਜੋ ਇਹ ਚਾਹੇਗਾ ਕਿ ਲੋਕ ਮੇਰੇ ਨਾਲ ਜੁੜਨ। ਉਹਦੇ ਅੰਦਰ ਇਹ ਤ੍ਰਿਸ਼ਨਾ ਹੋਏਗੀ ਕਿ ਲੋਕ ਮੇਰੇ ਨਾਲ ਜੁੜਨ, ਤੇ ਉਹਦੇ ਨਾਲ ਜੁੜਨ ਦੀ ਬਜਾਏ ਜਦੋਂ ਉਹ ਲੋਕ ਸੰਤ ਦੇ ਨਾਲ ਜੁੜਨ ਲੱਗਣਗੇ ਤਾਂ ਉਹਦੀ ਤ੍ਰਿਸ਼ਨਾ ਦੀ ਅੱਗ ਭੜਕੇਗੀ। ਉਸ ਅੱਗ ਦੇ ਵਿੱਚੋਂ ਨਿੰਦਾ ਨਿਕਲਦੀ ਹੈ, ਪਰ ਉਸੇ ਅੱਗ ਦੇ ਵਿੱਚ ਉਹ ਆਪ ਹੀ ਜਲ ਰਿਹਾ ਹੁੰਦਾ ਹੈ, ਕਿਉਂਕਿ ਜੋ ਇਨਸਾਨ ਚੰਗਾ ਕਾਰਜ ਕਰ ਰਿਹਾ ਹੈ ਦੁਨੀਆ ਦੇ ਵਿੱਚ ਉਹਦੀ ਸ਼ੋਭਾ ਲਾਜ਼ਮੀ ਹੈ। ਲੋਕ ਤੇ ਮੱਲੋ ਮੱਲੀ ਉਹਦੇ ਨਾਲ ਜੁੜਨਗੇ। ਦੂਜਾ ਕੋਈ ਉਹਦੇ ਵੱਲੋਂ ਮੋੜਨ ਦੀ ਜੇ ਕੋਸ਼ਿਸ਼ ਕਰੇਗਾ ਵੀ ਉਹਦੀ ਨਿੰਦਿਆ ਕਰਕੇ, ਉਹਦੀ ਕੋਸ਼ਿਸ਼ ਬਹੁਤੀ ਸਫਲ ਨਹੀਂ ਹੋਣੀ ਤੇ ਉਹ ਅਸਫਲਤਾ ਉਸ ਮਨੁੱਖ ਨੂੰ ਖੁਦ ਨੂੰ ਹੀ ਡੰਗਦੀ ਹੈ, ਖੁਦ ਨੂੰ ਹੀ ਤੰਗ ਕਰਦੀ ਹੈ। ਕਿਉਂਕਿ ਜਿਹੜੀ ਹਉਮੈ ਨੇ ਉਹਨੂੰ ਨਿੰਦਾ ਕਰਨ ਦੇ ਲਈ ਲਾਇਆ ਤੇ ਉਹਦੀ ਨਿੰਦਾ ਜਦੋਂ ਅਸਫਲ ਹੋ ਜਾਂਦੀ ਹੈ, ਉਹੀ ਹਉਮੈ ਹੋਰ ਜ਼ਿਆਦਾ ਦੁਖੀ ਹੁੰਦੀ ਹੈ। ਸੰਤ ਕੈ ਦੂਖਨ ਸਭ ਕੋ ਛਲੈ। ਜੋ ਸੰਤਾਂ ਦਾ ਦੋਖੀ ਹੈ, ਜੋ ਸੰਤਾਂ ਦਾ ਨਿੰਦਕ ਹੈ, ਉਹ ਸਭਨਾਂ ਨੂੰ ਧੋਖਾ ਦਿੰਦਾ ਫਿਰਦਾ ਹੈ। ਧੋਖਾ ਆਪਣੇ ਆਪ ਹੀ ਹੋ ਜਾਂਦਾ ਹੈ ਜਦੋਂ ਤੁਸੀਂ ਇੱਕ ਚੰਗੇ ਭਲੇ ਇਨਸਾਨ ਨੂੰ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਹੋ, ਇਹ ਜਾਣਦੇ ਹੋਏ ਵੀ ਕਿ ਉਹ ਇਨਸਾਨ ਚੰਗਾ ਹੈ, ਤਾਂ ਤੁਸੀਂ ਜਿਨ੍ਹਾਂ ਦੇ ਅੱਗੇ ਵੀ ਉਸ ਇਨਸਾਨ ਦੀ ਨਿੰਦਾ ਕਰ ਰਹੇ ਹੋ ਸਭਨਾਂ ਨੂੰ ਧੋਖਾ ਹੀ ਦੇ ਰਹੇ ਹੋ। ਸੰਤ ਕਾ ਦੁਖਨ ਤੇਜ ਸਭ ਜਾਏ। ਉਹਦੇ ਮੁਖ ਤੋਂ ਸਾਰਾ ਹੀ ਤੇਜ ਪ੍ਰਤਾਪ ਖਤਮ ਹੋ ਜਾਂਦਾ ਹੈ ਜੋ ਨਿੰਦਕ ਹੋ ਜਾਂਦਾ ਹੈ। ਸੰਤ ਕਾ ਦੁਖਨ ਨੀਚ ਨੀਚਾਏ। ਉਹ ਮਹਾ ਨੀਚ ਬਣ ਜਾਂਦਾ ਹੈ। ਸੰਤ ਦੋਖੀ ਕਾ ਥਾਉ ਕੋ ਨਾਹੀ। ਸੰਤਾਂ ਦੀ ਨਿੰਦਿਆ ਕਰਨ ਵਾਲਿਆਂ ਦਾ ਕੋਈ ਥਾਂ ਨਹੀਂ ਰਹਿੰਦਾ, ਕੋਈ ਆਸਰਾ ਨਹੀਂ ਰਹਿੰਦਾ। ਉਹਨਾਂ ਦੇ ਮਨ ਦੇ ਅੰਦਰ ਇੰਨਾ ਕੁਝ ਚੱਲ ਰਿਹਾ ਹੈ ਕਿ ਕੋਈ ਚਾਹ ਕੇ ਵੀ ਉਹਨਾਂ ਨੂੰ ਆਸਰਾ ਦੇ ਨਹੀਂ ਸਕਦਾ। ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ। ਇੱਕ ਪਾਸੇ ਉਹਨਾਂ ਦੀ ਹਉਮੈ ਹੈ ਜੋ ਉਸ ਅੱਗ ਦੇ ਵਿੱਚ ਘਿਓ ਪਾਉਣ ਵਾਲਾ ਕੰਮ ਕਰਦੀ ਪਈ ਹੈ। ਇਹਦੇ ਵਿੱਚੋਂ ਜੋ ਉਹ ਐਕਸ਼ਨ ਲੈਂਦਾ ਹੈ ਨਿੰਦਿਆ ਕਰਨ ਦਾ,
ਉਹ ਐਕਸ਼ਨ ਵੀ ਉਹਦਾ ਅਸਫਲ ਹੋ ਜਾਂਦਾ ਹੈ। ਉਹਦੇ ਨਾਲ ਉਹ ਅੱਗ ਹੋਰ ਭੜਕਦੀ ਹੈ। ਉਹ ਆਪਣੇ ਹੀ ਬਣਾਏ ਹੋਏ ਜਾਲ ਦੇ ਵਿੱਚ ਫਸਦਾ ਹੀ ਜਾਂਦਾ ਹੈ, ਫਸਦਾ ਹੀ ਜਾਂਦਾ ਹੈ, ਕਦੇ ਸੁਖੀ ਰਹਿ ਹੀ ਨਹੀਂ ਪਾਉਂਦਾ। ਪਰ ਫਿਰ ਵੀ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੀ। ਫਿਰ ਵੀ ਜੇਕਰ ਸੰਤ ਨੂੰ ਉਹ ਭਾ ਜਾਏ, ਜੇਕਰ ਸੰਤ ਦੇ ਮਨ ਦੇ ਵਿੱਚ ਇਹ ਗੱਲ ਆ ਜਾਏ ਕਿ ਉਹ ਇਨਸਾਨ ਆਪਣੇ ਹੀ ਬੁਣੇ ਹੋਏ ਜਾਲ ਦੇ ਵਿੱਚ ਫਸਦਾ ਜਾ ਰਿਹਾ ਹੈ, ਸ਼ਾਇਦ ਉਹ ਨਿਕਲਣਾ ਚਾਹੁੰਦਾ ਵੀ ਹੈ, ਉਹਦੇ 'ਚੋਂ ਨਿਕਲ ਨਹੀਂ ਪਾ ਰਿਹਾ, ਇਸ ਆਧਾਰ 'ਤੇ ਜੇਕਰ ਕੋਈ ਮਨੁੱਖ, ਕੋਈ ਨਿੰਦਕ ਸੰਤਾਂ ਨੂੰ ਭਾ ਜਾਏ ਤਾਂ ਉਹਨੂੰ ਵੀ ਸਿੱਖਿਆ ਦੇ ਕੇ ਸੰਤ ਜਨ ਉਹਨੂੰ ਵੀ ਚੰਗੀ ਅਵਸਥਾ 'ਤੇ ਅਪੜਾ ਦਿੰਦੇ ਨੇ। ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਸੰਤਾਂ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ, ਭਾਵ ਕਿ ਸਦਾ ਹੀ ਇਸ ਗੱਲ ਦੇ ਵਿੱਚ ਲੱਗਿਆ ਰਹਿੰਦਾ ਹੈ ਕਿ ਉਹਨੇ ਨਿੰਦਿਆ ਕਰਨੀ ਹੈ, ਕਰਨੀ ਹੈ, ਕਰਨੀ ਹੈ। ਇੱਕ ਪਲ ਦੇ ਲਈ ਵੀ ਟਿਕਦਾ ਨਹੀਂ, ਇੱਕ ਪਲ ਦੇ ਲਈ ਵੀ ਆਰਾਮ ਨਹੀਂ ਲੈਂਦਾ। ਉਹਨੂੰ ਇਹੀ ਲੱਗਦਾ ਹੁੰਦਾ ਹੈ ਕਿ ਮੈਂ ਜੇਕਰ ਇਸ ਇਨਸਾਨ ਦੀ, ਇਸ ਸੰਤ ਜਨ ਦੀ ਨਿੰਦਿਆ ਕਰਦਾ ਰਹੂੰਗਾ ਤਾਂ ਜੋ ਲੋਕ ਇਹਦੇ ਨਾਲ ਜੁੜੇ ਨੇ, ਇਹਦੇ ਨਾਲੋਂ ਟੁੱਟ ਕੇ ਮੇਰੇ ਨਾਲ ਜੁੜ ਜਾਣਗੇ। ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਜੋ ਸੰਤ ਜਨ ਹੈ ਉਹ ਖੁਦ ਸਥਿਰਤਾ ਵਾਲੀ ਅਵਸਥਾ 'ਤੇ ਪਹੁੰਚ ਚੁੱਕਿਆ ਹੁੰਦਾ ਹੈ, ਦੂਜੇ ਲੋਕਾਂ ਨੂੰ ਉੱਥੇ ਪਹੁੰਚਣ ਦੇ ਵਿੱਚ ਸਹਾਇਤਾ ਕਰ ਰਿਹਾ ਹੁੰਦਾ ਹੈ, ਮਾਨਵਤਾ ਦੀ ਭਲਾਈ ਦਾ ਇੱਕ ਬਹੁਤ ਵੱਡਾ ਕਾਰਜ ਕਰ ਰਿਹਾ ਹੁੰਦਾ ਹੈ। ਅਜਿਹੇ 'ਚ ਜੇਕਰ ਕੋਈ ਇਨਸਾਨ ਉਸ ਸੰਤ ਜਨ ਦੀ ਨਿੰਦਿਆ ਕਰਦਾ ਹੈ, ਉਹਦੇ ਨਾਲੋਂ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਸਿਰਫ ਉਸ ਸੰਤ ਜਨ ਦਾ ਹਥਿਆਰਾ ਨਹੀਂ, ਉਹਦੇ ਨਾਲ ਜੁੜ ਕੇ, ਸੰਤ ਜਨ ਦੇ ਨਾਲ ਜੁੜ ਕੇ ਜਿਹੜੇ ਲੋਕਾਂ ਨੇ ਆਪਣਾ ਪਾਰ ਉਤਾਰਾ ਕਰਨਾ ਸੀ ਤੇ ਜਿਹੜੇ ਉਸ ਗੱਲ ਤੋਂ ਹੁਣ ਵਾਂਝੇ ਰਹਿ ਗਏ, ਨਿੰਦਕ ਉਹਨਾਂ ਦਾ ਵੀ ਹਥਿਆਰਾ ਹੋ ਜਾਂਦਾ ਹੈ। ਇਸ ਲਈ ਉਹ ਮਹਾ ਹਥਿਆਰਾ ਗਿਣਿਆ ਗਿਆ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕੇ ਨਿੰਦਕ ਨੂੰ ਰੱਬ ਵੱਲੋਂ ਹੀ ਫਿਟਕਾਰਿਆ ਜਾਂਦਾ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਦੀ ਨਿੰਦਾ ਕਰਨ ਵਾਲਾ ਰਾਜ, ਭਾਵ ਕਿ ਇਸ ਦੁਨੀਆ ਦੇ ਸੁੱਖਾਂ ਤੋਂ ਵਾਂਝਿਆ ਰਹਿ ਜਾਂਦਾ ਹੈ। ਉਹਦੇ ਕੋਲ ਸਰੀਰਕ ਤੌਰ 'ਤੇ ਭਾਵੇਂ ਸਾਰੀਆਂ ਸੁੱਖ ਸਹੂਲਤਾਂ ਹੋਣ, ਪਰ ਕਿਉਂਕਿ ਉਹਦੇ ਮਨ ਦੇ ਵਿੱਚ ਜੋ ਨਿੰਦਿਆ ਦਾ ਜਵਾਲਾਮੁਖੀ ਭਟਕ ਰਿਹਾ ਹੈ, ਉਹਨਾਂ ਸੁੱਖਾਂ ਨੂੰ ਉਹਨੂੰ ਮਾਨਣ ਹੀ ਨਹੀਂ ਦਿੰਦਾ। ਸਰੀਰਕ ਤੌਰ 'ਤੇ ਸਾਰੀਆਂ ਸੁੱਖ ਸਹੂਲਤਾਂ ਉਹਦੇ ਕੋਲ ਹੋਣ ਦੇ ਬਾਵਜੂਦ ਵੀ ਉਹ ਸੁਖੀ ਨਹੀਂ ਰਹਿ ਪਾਉਂਦਾ। ਸੋ ਉਹ ਰਾਜ ਤੋਂ ਹੀਨ ਰਹਿੰਦਾ ਹੈ, ਸਦਾ ਹੀ ਦੁਖੀ ਰਹਿੰਦਾ ਹੈ, ਸਦਾ ਹੀ ਕੰਗਾਲ ਰਹਿੰਦਾ ਹੈ। ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਵਿਜੋਗ। ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਹੀ ਰੋਗ ਆ ਵਿਆਪਦੇ ਹਨ। ਉਹ ਸਦਾ ਹੀ ਪਰਮਾਤਮਾ ਨਾਲੋਂ ਵਿਛੋੜੇ ਦੇ ਵਿਜੋਗ ਦੇ ਵਿੱਚ ਰਹਿੰਦਾ ਹੈ। ਸੰਤ ਕੀ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ। ਹਾਲਾਂਕਿ ਸੰਤ ਦੀ ਨਿੰਦਿਆ ਕਰਨਾ ਬੁਰੇ ਕੰਮਾਂ ਤੋਂ ਵੀ ਬੁਰਾ ਕੰਮ ਹੈ, ਬੁਰੇ ਤੋਂ ਬੁਰਾ ਕੰਮ ਹੈ, ਪਰ ਫਿਰ ਵੀ ਜੇਕਰ ਬੁਰਾ ਕੰਮ ਕਰਨ ਵਾਲਾ, ਨਿੰਦਿਆ ਕਰਨ ਵਾਲਾ ਉਹ ਇਨਸਾਨ ਸੰਤ ਜਨਾਂ ਨੂੰ ਭਾ ਜਾਏ ਤਾਂ ਸੰਤ ਜਨ ਉਹਨੂੰ ਵੀ ਮੋਖ ਦਿਵਾਉਣ ਦੇ ਵਿੱਚ, ਮੋਕਸ਼ ਦਿਵਾਉਣ ਦੇ ਵਿੱਚ, ਇਸ ਨਿੰਦਿਆ ਦੇ ਰੋਗ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਸਹਾਇਤਾ ਕਰਦੇ ਹਨ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ। ਸੰਤ ਦਾ ਨਿੰਦਕ ਸਦਾ ਹੀ ਅਪਵਿੱਤਰ ਹੈ, ਸਦਾ ਹੀ ਮੈਲੇ ਮਨ ਵਾਲਾ ਹੈ। ਉਹਦੇ ਮਨ ਤੇ ਤ੍ਰਿਸ਼ਨਾ ਦੀ ਮੈਲ ਲੱਗੀ ਹੋਈ ਹੈ। ਉਹਨੂੰ ਸਿਰਫ ਤੇ ਸਿਰਫ ਆਪਣੀ ਫਿਕਰ ਹੈ, ਉਹ ਕਿਸੇ ਦਾ ਵੀ ਮਿੱਤਰ ਨਹੀਂ। ਸੰਤ ਕੇ ਦੋਖੀ ਕਉ ਡਾਨ ਲਾਗੈ, ਸੰਤ ਕੇ ਦੋਖੀ ਕਉ ਸਭ ਤਿਆਗੈ। ਸੰਤ ਦੇ ਨਿੰਦਕ ਨੂੰ ਉਹ ਪਰਮਾਤਮਾ ਖੁਦ ਹੀ ਸਜ਼ਾ ਦਿੰਦਾ ਹੈ। ਉਹਦੀ ਸੱਚਾਈ ਸਭਨਾਂ ਨੂੰ ਪਤਾ ਚੱਲ ਜਾਂਦੀ ਹੈ ਤੇ ਸਾਰੇ ਉਸ ਦਾ ਤਿਆਗ ਕਰ ਦਿੰਦੇ ਹਨ।
ਕੋਈ ਵੀ ਸੰਤ ਕੇ ਦੋਖੀ ਦੇ ਨਾਲ, ਸੰਤਾਂ ਦੇ ਨਿੰਦਕ ਦੇ ਨਾਲ ਨਹੀਂ ਜੁੜਦਾ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਨਿੰਦਿਆ ਕਰਨ ਦਾ ਉਹਦਾ ਸੁਭਾਅ ਉਪਜਦਾ ਹੀ ਹੰਕਾਰ ਦੇ ਵਿੱਚੋਂ ਹੈ। ਸੋ ਸੰਤ ਦੀ ਨਿੰਦਿਆ ਕਰਨ ਵਾਲਾ ਮਹਾ ਹੰਕਾਰੀ ਹੈ ਤੇ ਸਦਾ ਹੀ ਮੰਦੇ ਕੰਮ ਕਰਦਾ ਹੈ, ਸਦਾ ਹੀ ਵਿਕਾਰਾਂ ਦੇ ਵਿੱਚ ਲੱਗਾ ਰਹਿੰਦਾ ਹੈ। ਸੰਤ ਕਾ ਦੋਖੀ ਜਨਮੈ ਮਰੈ, ਸੰਤ ਕੀ ਦੂਖ ਨਾ ਸੁਖ ਤੇ ਟਰੈ। ਸੰਤ ਦੀ ਨਿੰਦਿਆ ਕਰਨ ਵਾਲਾ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ, ਸਦਾ ਹੀ ਜਨਮਦਾ ਮਰਦਾ ਰਹਿੰਦਾ ਹੈ। ਸੰਤਾਂ ਦੀ ਨਿੰਦਿਆ ਕਰਨ ਦੇ ਉਹਦੇ ਸੁਭਾਅ ਦੇ ਕਾਰਨ ਉਹ ਸੁੱਖਾਂ ਤੋਂ ਵਾਂਝਾ ਰਹਿ ਜਾਂਦਾ ਹੈ। ਸੰਤ ਕੇ ਦੋਖੀ ਕੋ ਨਾਹੀ ਠਾਓ। ਸੰਤਾਂ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ, ਉਹਦਾ ਕੋਈ ਆਸਰਾ ਟਿਕਾਣਾ ਨਹੀਂ ਹੁੰਦਾ। ਪਰ ਹਾਂ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਜੇਕਰ ਸੰਤ ਨੂੰ ਉਹ ਇਨਸਾਨ ਫੇਰ ਵੀ ਭਾ ਜਾਵੇ ਤਾਂ ਸੰਤ ਜਨ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਹਨ, ਨਿੰਦਕ ਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਹਨ। ਸੰਤ ਕਾ ਦੋਖੀ ਅਤ ਬੀਚ ਤੇ ਟੂਟੈ, ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ। ਸੰਤ ਦਾ ਨਿੰਦਕ ਇੱਕ ਮਨੋਰਥ ਲੈ ਕੇ ਉਹਦੀ ਨਿੰਦਿਆ ਦੇ ਰਾਹ ਤੇ ਤੁਰਦਾ ਹੈ ਕਿ ਮੈਂ ਲੋਕਾਂ ਨੂੰ ਸੰਤ ਨਾਲੋਂ ਤੋੜ ਕੇ ਆਪਣੇ ਨਾਲ ਜੋੜਨਾ ਹੈ, ਪਰ ਉਹ ਕਿਸੇ ਕਾਜ ਤੇ ਨਹੀਂ ਪਹੁੰਚਦਾ। ਇਸ ਕਾਰਜ ਨੂੰ ਨੇਪਰੇ ਨਹੀਂ ਚੜ੍ਹ ਪਾਉਂਦਾ, ਅੱਧ ਵਿਚਕਾਰੋਂ ਹੀ ਟੁੱਟ ਜਾਂਦਾ ਹੈ। ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ, ਸੰਤ ਕਾ ਦੋਖੀ ਉੱਜੜ ਪਾਈਐ। ਉਦਿਆਨ ਤੋਂ ਭਾਵ ਜੰਗਲ, ਉੱਜੜ ਤੋਂ ਭਾਵ ਕੁਰਾਹੇ। ਸੰਤ ਦੇ ਨਿੰਦਕ ਦਾ ਹਾਲ ਇਵੇਂ ਹੋ ਜਾਂਦਾ ਹੈ ਜਿਵੇਂ ਕਿ ਜੰਗਲ ਦੇ ਵਿੱਚ ਖੁਆਰ ਹੋ ਰਿਹਾ ਹੋਵੇ, ਰਸਤਾ ਨਾ ਲੱਭ ਰਿਹਾ ਹੋਵੇ ਕਿ ਉਹਨੇ ਜਾਣਾ ਕਿੱਥੇ ਹੈ। ਨਿੰਦਾ ਦੇ ਜੰਗਲ ਦੇ ਵਿੱਚ ਵੜਨ ਤੋਂ ਪਹਿਲਾਂ ਉਹਨੇ ਇੱਕ ਪਗਡੰਡੀ ਦੇਖ ਲਈ ਜਿਹਦੇ ਤੇ ਉਹ ਚੱਲ ਤੁਰਿਆ, ਪਰ ਜਿਉਂ-ਜਿਉਂ ਅੱਗੇ ਵੱਧਦਾ ਗਿਆ ਉਹ ਜੰਗਲ ਹੋਰ ਘਣਾ ਹੁੰਦਾ ਗਿਆ, ਹੋਰ ਗਹਿਰਾ ਹੁੰਦਾ ਗਿਆ, ਹੋਰ ਸੰਘਣਾ ਹੁੰਦਾ ਗਿਆ ਤੇ ਇੱਕ ਵਕਤ ਤੇ ਆ ਕੇ ਉਹਦੀ ਉਹ ਪਗਡੰਡੀ ਖਤਮ ਹੋ ਜਾਂਦੀ ਹੈ। ਉਹਨੂੰ ਪਤਾ ਨਹੀਂ ਚੱਲਦਾ ਕਿ ਹੁਣ ਅੱਗੇ ਕਿੱਧਰ ਨੂੰ ਜਾਵੇ। ਉਹ ਪਗਡੰਡੀ ਜਿਹੜੀ ਨੂੰ ਉਹਨੇ ਆਪਣੇ ਜੀਵਨ ਦਾ ਮਨੋਰਥ ਸਮਝ ਕੇ ਪਕੜ ਲਿਆ ਸੀ, ਜਿਹਦੇ ਤੇ ਆਪਣੇ ਜੀਵਨ ਦਾ ਮਨੋਰਥ ਬਣਾ ਕੇ ਉਹ ਚੱਲ ਪਿਆ ਸੀ, ਉਹ ਅਸਲ ਦੇ ਵਿੱਚ ਕੁਰਾਹਾ ਸੀ। ਉਸ ਕੁਰਾਹੇ ਪੈ ਚੱਲਿਆ ਸੀ ਉਹ। ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ ਮਿਰਤਕ ਕੀ ਲੋਥਾ। ਜਿਵੇਂ ਸਾਹਾਂ ਤੋਂ ਬਗੈਰ ਮਰੇ ਹੋਏ ਇਨਸਾਨ ਦੀ ਲੋਥ ਹੁੰਦੀ ਹੈ, ਲਾਸ਼ ਹੁੰਦੀ ਹੈ, ਸਰੀਰ ਪਿਆ ਹੁੰਦਾ ਹੈ, ਵਿੱਚ ਸਾਹ ਨਹੀਂ ਹੁੰਦੇ। ਸੰਤਾਂ ਦਾ ਨਿੰਦਕ ਉਸੇ ਪ੍ਰਕਾਰ ਹੀ ਅੰਦਰੋਂ ਥੋਥਾ ਹੁੰਦਾ ਹੈ, ਅੰਦਰੋਂ ਖਾਲੀ ਹੁੰਦਾ ਹੈ। ਅੰਦਰ ਉਹਦੇ ਕੋਲ ਕੋਈ ਠੋਸ ਵਜ੍ਹਾ ਨਹੀਂ ਹੁੰਦੀ ਸੰਤਾਂ ਦੀ ਨਿੰਦਿਆ ਕਰਨ ਦੀ। ਆਪਣੇ ਅੰਦਰ ਤੇ ਉਹ ਵੀ ਜਾਣਦਾ ਹੁੰਦਾ ਹੈ ਕਿ ਜਿਸ ਇਨਸਾਨ ਦੀ ਮੈਂ ਨਿੰਦਿਆ ਕਰ ਰਿਹਾ ਹਾਂ ਉਹ ਤੇ ਅਸਲ 'ਚ ਭਲਾ ਇਨਸਾਨ ਹੈ। ਅੰਦਰੋਂ ਥੋਥਾ ਹੁੰਦਾ ਹੈ ਸੰਤਾਂ ਦਾ ਨਿੰਦਕ। ਸੰਤ ਕੇ ਦੋਖੀ ਕੀ ਜੜ ਕਿਛ ਨਾਹੀ, ਆਪਨ ਬੀਜ ਆਪੇ ਹੀ ਖਾਹੇ। ਸੰਤਾਂ ਦੇ ਨਿੰਦਕ ਦੀ ਕੋਈ ਜੜ ਨਹੀਂ ਹੁੰਦੀ, ਕੋਈ ਪੱਕੀ ਨੀਂਹ ਨਹੀਂ ਹੁੰਦੀ। ਨਿੰਦਾ ਦਾ ਜੋ ਮਹਿਲ ਉਹਨੇ ਉਸਾਰਿਆ ਹੁੰਦਾ ਹੈ ਉਹ ਝੂਠ ਦੀ ਬੁਨਿਆਦ ਤੇ ਖੜਾ ਹੁੰਦਾ ਹੈ। ਉਹ ਨੀਂਹ, ਉਹਦੀ ਬੁਨਿਆਦ ਪੱਕੀ ਨਹੀਂ ਹੁੰਦੀ। ਨਿੰਦਾ ਦਾ ਬੀਜ ਜੋ ਉਹ ਬੀਜਦਾ ਹੈ ਉਹਦੇ ਪਰਿਣਾਮ ਉਹ ਆਪ ਹੀ ਸਹਾਰਦਾ ਹੈ। ਆਪ ਦਾ ਬੀਜਿਆ ਹੋਇਆ ਉਹਨੂੰ ਆਪ ਨੂੰ ਹੀ ਖਾਣਾ ਪੈਂਦਾ ਹੈ। ਸੰਤ ਕੇ ਦੋਖੀ ਕੋ ਅਵਰ ਨਾ ਰਾਖਨ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ ਨਿੰਦਿਆ ਦੀ ਇਸ ਵਾਦੀ ਤੋਂ ਬਚਾ ਨਹੀਂ ਸਕਦਾ। ਜੇਕਰ ਕੋਈ ਦੂਸਰਾ ਇਨਸਾਨ ਚਾਹੇ ਕਿ ਮੈਂ ਇਹਨੂੰ ਨਿੰਦਿਆ ਕਰਨ ਤੋਂ ਰੋਕ ਸਕਦਾ ਹਾਂ, ਵਰਜ ਸਕਦਾ ਹਾਂ, ਤਾਂ ਉਹ ਨਹੀਂ ਕਰ ਸਕਦਾ। ਹਾਂ, ਜੇਕਰ ਸੰਤ ਨੂੰ ਉਹ ਇਨਸਾਨ ਭਾ ਜਾਏ ਤਾਂ ਨਿੰਦਿਆ ਦੇ ਇਸ ਮਹਾ ਪਾਪ ਤੋਂ ਸੰਤ ਜਨ ਆਪ ਹੀ ਉਸ ਇਨਸਾਨ ਨੂੰ ਬਚਾ ਸਕਦੇ ਹਨ,
ਉਬਾਰ ਸਕਦੇ ਹਨ। ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਵਿਹੂਨ ਮਛਲੀ ਤੜਫੜਾਏ। ਜਿਵੇਂ ਪਾਣੀ ਤੋਂ ਬਿਨਾਂ ਮਛਲੀ ਤੜਫਦੀ ਹੈ, ਸੰਤ ਦਾ ਨਿੰਦਕ ਉਵੇਂ ਹੀ ਬਿਲਕਦਾ ਹੈ। ਸੰਤ ਕਾ ਦੋਖੀ ਭੂਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਪਾਵਕ ਤੋਂ ਭਾਵ ਅਗਨੀ। ਜਿਵੇਂ ਕਿ ਅਗਨੀ ਬਾਲਣ ਦੇ ਲਈ ਰੱਜਦੀ ਨਹੀਂ, ਜਦ ਤੱਕ ਅਸੀਂ ਅਗਨੀ ਦੇ ਵਿੱਚ ਬਾਲਣ ਪਾਉਂਦੇ ਜਾਵਾਂਗੇ ਉਹ ਬਲਦੀ ਹੀ ਜਾਏਗੀ। ਹੋਰ ਪਾ ਦਿਆਂਗੇ ਉਹ ਹੋਰ ਬਲ ਜਾਏਗੀ, ਵੱਧ ਬਾਲਣ ਪਾ ਦਿਆਂਗੇ ਤੇ ਉਹ ਵੱਧ ਬਲ ਲਏਗੀ। ਅੱਗ ਕਦੇ ਇਹ ਨਹੀਂ ਕਹਿੰਦੀ ਕਿ ਬਸ ਹੁਣ ਮੈਂ ਇਦੋਂ ਜ਼ਿਆਦਾ ਨਹੀਂ ਮੱਚ ਸਕਦੀ, ਮੇਰੇ 'ਚ ਈਂਧਨ ਨਾ ਪਾਓ। ਜਾਂ ਕਦੇ ਇਹ ਨਹੀਂ ਹੁੰਦਾ ਕਿ ਬਲਦੀ ਅੱਗ ਦੇ ਵਿੱਚ ਅਸੀਂ ਹੋਰ ਬਾਲਣ ਸੁੱਟੀਏ ਤੇ ਉਹ ਬਾਲਣ ਮੱਚੇ ਹੀ ਨਾ। ਅੱਗ ਜੋ ਹੈ ਉਹਦਾ ਸੁਭਾਅ ਹੈ ਕਿ ਉਹ ਬਾਲਣ ਦੇ ਲਈ ਕਦੇ ਰੱਜਦੀ ਨਹੀਂ। ਉਸੇ ਪ੍ਰਕਾਰ ਹੀ ਸੰਤਾਂ ਦੇ ਨਿੰਦਕ ਦਾ ਵੀ ਸੁਭਾਅ ਬਣ ਜਾਂਦਾ ਹੈ ਨਿੰਦਿਆ ਕਰਨਾ। ਉਹ ਨਿੰਦਿਆ ਕਰ ਕਰਕੇ ਕਦੇ ਰੱਜਦਾ ਨਹੀਂ, ਉਹ ਨਿੰਦਿਆ ਕਰਦਾ ਹੀ ਜਾਂਦਾ ਹੈ। ਸੰਤ ਕਾ ਦੋਖੀ ਛੂਟੈ ਇਕੇਲਾ, ਜਿਉਂ ਪੁਆੜ ਤਿਲ ਖੇਤ ਮਾਹੇ ਦੁਹੇਲਾ। ਪੁਆੜ ਤੋਂ ਭਾਵ ਸੜਿਆ ਹੋਇਆ, ਤਿਲ ਤੋਂ ਭਾਵ ਤਿਲ ਦਾ ਬੂਟਾ। ਖੇਤ ਦੇ ਵਿੱਚ ਤਿਲ ਦੀ ਫਸਲ ਉੱਗੀ ਹੋਈ ਹੈ, ਵਿੱਚੋਂ ਕਈ ਬੂਟੇ ਅੰਦਰੋਂ ਸੜ ਜਾਂਦੇ ਨੇ। ਬਾਹਰੋਂ ਠੀਕ ਠਾਕ ਨਜ਼ਰ ਆਉਂਦੇ ਨੇ ਪਰ ਅੰਦਰੋਂ ਸੜ ਜਾਂਦੇ ਨੇ। ਇਹ ਤਿਲ ਕੀ, ਸਾਰੀਆਂ ਹੀ ਫਸਲਾਂ 'ਤੇ ਇਹ ਗੱਲ ਲਾਗੂ ਹੋ ਸਕਦੀ ਹੈ। ਅੰਦਰੋਂ ਸੜ ਗਿਆ, ਖੇਤ ਦੇ ਵਿੱਚ ਤੇ ਲੱਗਿਆ ਹੋਇਆ, ਪਰ ਕਿਉਂਕਿ ਅੰਦਰੋਂ ਸੜਿਆ, ਕਹਿ ਲਈਏ ਕਿ ਉਸ ਤਿਲ ਦੇ ਬੂਟੇ ਨੂੰ ਤੇ ਪਤਾ ਹੈ ਨਾ ਕਿ ਉਹ ਅੰਦਰੋਂ ਸੜਿਆ ਹੋਇਆ ਹੈ। ਸਾਨੂੰ ਬਾਹਰੋਂ ਵੇਖਣ ਵਾਲਿਆਂ ਨੂੰ ਸ਼ਾਇਦ ਇਹ ਲੱਗੇ ਕਿ ਇਹ ਬੂਟਾ ਤੇ ਸਹੀ ਸਲਾਮਤ ਹੈ, ਪਰ ਉਹਨੂੰ ਖੁਦ ਨੂੰ ਇਹ ਗੱਲ ਪਤਾ ਹੋਣ ਕਰਕੇ ਉਹ ਖੁਦ ਦੁਹੇਲਾ ਯਾਨੀ ਕਿ ਦੁਖੀ ਹੁੰਦਾ ਹੈ। ਉਸੇ ਪ੍ਰਕਾਰ ਹੀ ਸੰਤਾਂ ਦਾ ਨਿੰਦਕ ਵੀ ਇਕੱਲਾ ਰਹਿ ਜਾਂਦਾ ਹੈ। ਬਾਹਰੋਂ ਦੇਖਣ ਵਾਲਿਆਂ ਨੂੰ ਤੇ ਇਹੀ ਲੱਗਦਾ ਹੈ ਕਿ ਉਹ ਠੀਕ ਠਾਕ ਹੈ, ਕਿਉਂਕਿ ਲੋਕਾਂ ਨੂੰ ਤੇ ਉਹ ਇਹੀ ਦਿਖਾ ਰਿਹਾ ਹੈ ਕਿ ਉਹ ਠੀਕ ਠਾਕ ਹੈ, ਪਰ ਉਹਦੇ ਅੰਦਰ ਜੋ ਚੱਲ ਰਿਹਾ ਹੈ, ਅੰਦਰ ਜੋ ਦੁੱਖ ਪਣਪਦੇ ਪਏ ਨੇ, ਅੰਦਰ ਜੋ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ, ਅੰਦਰ ਜੋ ਨਿੰਦਾ ਦਾ ਜਾਲ ਉਹਨੇ ਬੁਣਿਆ, ਜਿਹਦੇ ਵਿੱਚ ਉਹ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦਾ ਹੈ, ਇਹ ਤੇ ਉਹਨੂੰ ਹੀ ਪਤਾ ਹੁੰਦਾ ਹੈ। ਤੇ ਇਹ ਦੁੱਖ ਵੀ ਅਜਿਹਾ ਹੈ ਦੂਜਿਆਂ ਦੇ ਨਾਲ ਉਹ ਵੰਡ ਵੀ ਨਹੀਂ ਸਕਦਾ। ਕਿਸੇ ਨੂੰ ਕੀ ਦੱਸੇਗਾ ਕਿ ਮੈਂ ਆਪਣੇ ਹੀ ਈਰਖਾ ਦੇ ਕਾਰਨ ਇਹ ਜੋ ਨਿੰਦਾ ਦਾ ਜਾਲ ਬੁਣਿਆ ਸੀ, ਇਹਦੇ 'ਚ ਮੈਂ ਆਪ ਹੀ ਫਸ ਗਿਆ ਹਾਂ। ਜੇ ਅਜਿਹਾ ਕਿਸੇ ਨੂੰ ਦੱਸਣ ਲੱਗੇਗਾ ਤਾਂ ਜੋ ਹਉਮੈ ਹੈ, ਉਹਦੀ ਜੋ ਮੈਂ ਹੈ, ਉਹ ਭੜਕੇਗੀ ਨਹੀਂ, ਜ਼ਰੂਰ ਭੜਕੇਗੀ। ਉਹਦੀ ਉਹ ਮੈਂ ਉਹਨੂੰ ਕਿਸੇ ਨੂੰ ਦੱਸਣ ਵੀ ਨਹੀਂ ਦਿੰਦੀ, ਇਸ ਕਰਕੇ ਉਹ ਇਕੱਲਾ ਹੀ ਰਹਿ ਜਾਂਦਾ ਹੈ ਆਪਦੇ ਇਸ ਖੁਦ ਪੈਦਾ ਕੀਤੇ ਹੋਏ ਦੁੱਖ ਦੇ ਨਾਲ ਨਿਪਟਣ ਦੇ ਲਈ। ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ, ਧਰਮ ਤੋਂ ਰਹਿਤ ਹੁੰਦਾ ਹੈ ਤੇ ਸਦਾ ਹੀ ਝੂਠ ਬੋਲਦਾ ਹੈ। ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਇਹ ਨਿੰਦਾ ਕਰਨ ਦਾ ਸੁਭਾਅ ਉਹਨੂੰ ਪ੍ਰਮਾਤਮਾ ਵੱਲੋਂ ਹੀ ਬਖਸ਼ਿਆ ਹੋਇਆ ਹੈ, ਉਹਨੂੰ ਧੁਰੋਂ ਹੀ ਮਿਲਿਆ ਹੋਇਆ ਹੈ, ਉਹ ਚਾਹ ਕੇ ਵੀ ਇਹਨੂੰ ਬਦਲ ਨਹੀਂ ਸਕਦਾ। ਹੇ ਨਾਨਕ, ਜੋ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਕਿਸੇ ਨੂੰ ਉਹ ਸੰਤ ਬਣਾ ਦਿੰਦਾ ਹੈ ਤੇ ਕਿਸੇ ਨੂੰ ਉਸੇ ਹੀ ਸੰਤ ਦਾ ਨਿੰਦਕ ਬਣਾ ਦਿੰਦਾ ਹੈ। ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕਉ ਦਰਗਾ ਮਿਲੈ ਸਜਾਏ। ਸੰਤ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ, ਉਹਦਾ ਰੂਪ ਭ੍ਰਿਸ਼ਟ ਹੋ ਜਾਂਦਾ ਹੈ, ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨੂੰ ਸਜ਼ਾ ਮਿਲਦੀ ਹੈ। ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈਐ। ਸੰਤਾਂ ਦਾ ਨਿੰਦਕ ਸਦਾ ਹੀ ਸਹਿਕਦਾ ਰਹਿੰਦਾ ਹੈ, ਉਹ ਨਾ ਜਿਉਂਦਿਆਂ ਦੇ ਵਿੱਚ ਹੁੰਦਾ ਹੈ ਨਾ ਮਰਿਆਂ ਦੇ ਵਿੱਚ ਹੁੰਦਾ ਹੈ, ਭਾਵ ਉਹ ਕਿਸੇ ਇੱਕ ਸਥਿਰ ਅਵਸਥਾ 'ਚ ਨਹੀਂ ਹੁੰਦਾ, ਉਹ ਜਿਉਣ ਅਤੇ ਮਰਨ ਵਾਲੀਆਂ ਅਵਸਥਾਵਾਂ ਦੇ ਵਿੱਚ ਗੋਤੇ ਖਾਂਦਾ ਰਹਿੰਦਾ ਹੈ। ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ।
ਸੰਤਾਂ ਦੇ ਨਿੰਦਕ ਦੀ ਆਸ ਕਦੇ ਪੂਰੀ ਨਹੀਂ ਹੁੰਦੀ। ਉਹਦੀ ਆਸ ਕੀ ਹੁੰਦੀ ਹੈ ਕਿ ਮੈਂ ਨਿੰਦਿਆ ਕਰਾਂ, ਲੋਕ ਸੰਤ ਨਾਲੋਂ ਟੁੱਟ ਕੇ ਮੇਰੇ ਨਾਲ ਜੁੜ ਜਾਣ, ਜੋ ਸ਼ੋਭਾ ਸੰਤ ਦੀ ਬਣੀ ਹੋਈ ਹੈ ਉਹ ਮੇਰੀ ਬਣ ਜਾਏ। ਪਰ ਇਹ ਆਸ ਉਹਦੀ ਕਦੇ ਪੂਰੀ ਨਹੀਂ ਹੁੰਦੀ, ਉਹ ਨਿਰਾਸ਼ ਹੀ ਇਸ ਜਹਾਨ ਤੋਂ ਚਲਿਆ ਜਾਂਦਾ ਹੈ। ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਜਿਸ ਪ੍ਰਕਾਰ ਦੀ ਮਨੁੱਖ ਦੀ ਨੀਅਤ ਹੁੰਦੀ ਹੈ, ਜਿੱਦਾਂ ਦਾ ਉਹਦਾ ਸੁਭਾਅ ਹੁੰਦਾ ਹੈ, ਉੱਦਾਂ ਦੇ ਹੀ ਉਹ ਕੰਮ ਕਰਦਾ ਹੈ। ਤੇ ਇਹ ਜੋ ਨਿੰਦਿਆ ਵਾਲਾ ਸੁਭਾਅ ਹੁੰਦਾ ਹੈ, ਇਹ ਕਦੇ ਕਿਸੇ ਦਾ ਤ੍ਰਿਪਤ ਨਹੀਂ ਹੁੰਦਾ। ਇਹ ਨਹੀਂ ਹੁੰਦਾ ਕਿ ਉਹ ਅੱਜ ਨਿੰਦਿਆ ਕਰਦਾ ਹੈ, ਹਫ਼ਤਾ ਮਹੀਨਾ ਕੁ ਨਿੰਦਿਆ ਕਰ ਲਵੇ ਤੇ ਉਹ ਰੱਜ ਜਾਵੇ ਕਿ ਬਸ ਹੁਣ ਨਿੰਦਿਆ ਬਹੁਤ ਹੋ ਗਈ। ਇਹ ਉਹਦਾ ਅੰਦਰੂਨੀ ਸੁਭਾਅ ਹੀ ਹੁੰਦਾ ਹੈ। ਜਿਹੜਾ ਅੱਜ ਨਿੰਦਿਆ ਕਰਦਾ ਹੈ ਉਹ ਕੱਲ੍ਹ ਵੀ ਕਰਦਾ ਹੀ ਰਹੇਗਾ। ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਅਸੀਂ ਆਪਣੇ ਜੀਵਨ ਦੇ ਵਿੱਚ ਸ਼ੁਰੂ ਤੋਂ ਹੀ ਜੋ ਕਿਰਤ ਕਮਾਈ ਕਰਦੇ ਹਾਂ, ਵਿਚਾਰਾਂ ਦੀ ਕਮਾਈ, ਆਪਣੇ ਸੁਭਾਅ ਨੂੰ ਜਿਸ ਪ੍ਰਕਾਰ ਦਾ ਬਣਾਉਂਦੇ ਹਾਂ, ਉਹਨੂੰ ਬਾਅਦ ਦੇ ਵਿੱਚ ਜਾ ਕੇ ਮੇਟਣਾ, ਉਹਨੂੰ ਬਦਲਣਾ ਬੜਾ ਔਖਾ ਹੋ ਜਾਂਦਾ ਹੈ। ਜੋ ਅਸੀਂ ਨਹੀਂ ਸਿੱਖਿਆ ਉਹਨੂੰ ਸਿੱਖਣਾ ਸੌਖਾ ਹੈ, ਪਰ ਜੋ ਅਸੀਂ ਸਿੱਖ ਲਿਆ ਉਸ ਸਿੱਖੇ ਹੋਏ ਨੂੰ ਆਪਣੇ ਮਨ ਤੋਂ ਮਿਟਾਉਣਾ ਬਹੁਤ ਔਖਾ ਹੈ। ਸੋ ਬਚਪਨ ਤੋਂ ਹੀ ਅਸੀਂ ਜਿਹੋ ਜਿਹਾ ਕੁਝ ਸਿੱਖ ਲੈਂਦੇ ਹਾਂ, ਜਿਹੋ ਜਿਹਾ ਅਸੀਂ ਸੁਭਾਅ ਆਪਣਾ ਬਣਾ ਲੈਂਦੇ ਹਾਂ, ਉਹ ਬਹੁਤ ਗਹਿਰੇ ਅੱਖਰਾਂ ਦੇ ਵਿੱਚ ਬੜੀ ਗੂੜ੍ਹੀ ਸਿਆਹੀ ਦੇ ਨਾਲ ਸਾਡੇ ਮਨ 'ਤੇ ਉਕਰਿਆ ਜਾਂਦਾ। ਉਹਨੂੰ ਬਾਅਦ ਦੇ ਵਿੱਚ ਅਸੀਂ ਮਿਟਾ ਨਹੀਂ ਪਾਉਂਦੇ। ਸਾਰੀ ਉਮਰ ਦੇ ਲਈ ਉਹ ਸੁਭਾਅ ਸਾਡੇ ਨਾਲ ਪੱਕ ਜਾਂਦਾ ਹੈ। ਕਿੱਦਾਂ ਦੇ ਹਾਲਾਤ ਸਾਨੂੰ ਪ੍ਰਮਾਤਮਾ ਨੇ ਬਖਸ਼ਣੇ ਨੇ, ਉਹਨਾਂ ਹਾਲਾਤਾਂ ਨੂੰ ਅਸੀਂ ਕਿਵੇਂ ਲੈਣਾ ਹੈ, ਉਹਨਾਂ ਤੋਂ ਕੀ ਸਿੱਖਣਾ ਹੈ, ਇਹ ਪ੍ਰਮਾਤਮਾ ਹੀ ਜਾਣਦਾ ਹੈ। ਅਸੀਂ ਇਸ ਗੱਲ ਨੂੰ ਕੰਟਰੋਲ ਨਹੀਂ ਕਰ ਪਾਉਂਦੇ। ਸਾਡੀ ਸਮਰੱਥਾ ਤੋਂ ਇਹ ਗੱਲ ਅਸਲ ਦੇ ਵਿੱਚ ਬਾਹਰ ਹੈ। ਇੱਕ ਹੀ ਸਥਿਤੀ ਨੂੰ ਦੋ ਲੋਕ ਵੱਖ-ਵੱਖ ਢੰਗ ਦੇ ਨਾਲ ਵੇਖਣਗੇ। ਉਸ ਸਥਿਤੀ ਤੋਂ ਵੱਖ-ਵੱਖ ਚੀਜ਼ਾਂ ਉਹ ਸਿੱਖਣਗੇ। ਕਿਹੜੇ ਨੇ ਕੀ ਸਿੱਖਣਾ ਹੈ, ਇਹ ਉਸ ਪ੍ਰਮਾਤਮਾ ਨੇ ਤੈਅ ਕਰਨਾ ਹੈ। ਇਸ ਅਸ਼ਟਪਦੀ ਦੀਆਂ ਪਹਿਲੀਆਂ 7 ਪਦੀਆਂ ਦੇ ਵਿੱਚ ਗੁਰੂ ਜੀ ਨੇ ਇੱਕ ਪਾਸੇ ਸੰਤ ਨੂੰ ਰੱਖ ਲਿਆ ਤੇ ਦੂਜੇ ਪਾਸੇ ਸੰਤ ਦੇ ਨਿੰਦਕ ਨੂੰ ਰੱਖ ਲਿਆ। ਪਰ ਅਖੀਰਲੀ ਪਦੀ ਦੇ ਵਿੱਚ ਇਸ ਸਭ ਕਾਸੇ ਦਾ ਨਿਚੋੜ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਸਭ ਘਟ ਤਿਸਕੇ ਉਹ ਕਰਨਾ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਸਾਰੇ ਹੀ ਸਰੀਰ ਉਸ ਪ੍ਰਮਾਤਮਾ ਦੇ ਬਣਾਏ ਹੋਏ ਨੇ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਇਸ ਲਈ ਉਸ ਪ੍ਰਮਾਤਮਾ ਦੇ ਅੱਗੇ ਸਾਨੂੰ ਸਦਾ ਹੀ ਸਿਰ ਨਿਵਾਉਣਾ ਚਾਹੀਦਾ ਹੈ। ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਉਸ ਪ੍ਰਮਾਤਮਾ ਦੀ ਉਸਤਤ, ਉਹਦੀ ਸਿਫਤ ਸਲਾਹ ਦਿਨ ਰਾਤ ਕਰਨੀ ਚਾਹੀਦੀ ਹੈ। ਤਿਸੈ ਧਿਆਵੋ ਸਾਸ ਗਿਰਾਸ। ਆਪਣੇ ਹਰ ਸਾਹ ਦੇ ਨਾਲ, ਹਰ ਗਰਾਹੀ ਦੇ ਨਾਲ ਉਸ ਪ੍ਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ, ਆਪਣੇ ਚੇਤੇ ਦੇ ਵਿੱਚ ਰੱਖਣਾ ਚਾਹੀਦਾ ਹੈ। ਸਭ ਕੁਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਇਸ ਜਗਤ ਦੇ ਵਿੱਚ ਵਰਤ ਰਹੀ ਹਰ ਖੇਡ ਹੀ ਉਸ ਪ੍ਰਮਾਤਮਾ ਦੀ ਖੇਡੀ ਹੋਈ ਹੈ, ਉਹਦੇ ਵੱਲੋਂ ਹੀ ਨਿਰਧਾਰਤ ਕੀਤੀ ਹੋਈ ਹੈ। ਕਿਹਨੇ ਸੰਤ ਬਣਨਾ ਹੈ, ਕਿਹਨੇ ਨਿੰਦਕ ਬਣਨਾ ਹੈ, ਇਹ ਪ੍ਰਮਾਤਮਾ ਨੇ ਹੀ ਨਿਰਧਾਰਤ ਕੀਤਾ ਹੋਇਆ ਹੈ। ਕਿਸੇ ਵੀ ਜੀਵ ਨੂੰ ਜਿਹੋ ਜਿਹਾ ਉਹ ਪ੍ਰਮਾਤਮਾ ਬਣਾਉਂਦਾ ਹੈ, ਉਹੋ ਜਿਹਾ ਹੀ ਉਹ ਜੀਵ ਬਣ ਜਾਂਦਾ ਹੈ। ਇਹ ਗੱਲ ਸਮਝਣੀ, ਇਹਨੂੰ ਵੀ ਆਪਣੇ ਅੰਦਰ ਲਾਗੂ ਕਰਨਾ ਇਸ ਲਈ ਜ਼ਰੂਰੀ ਹੈ ਤਾਂ ਕਿ ਅਸੀਂ ਸੰਤ ਦੇ ਨਿੰਦਕ ਦੇ ਪ੍ਰਤੀ ਕੋਈ ਨਫ਼ਰਤ ਨਾ ਪਾਲ ਕੇ ਬੈਠ ਜਾਈਏ। ਸਾਨੂੰ ਇਸ ਗੱਲ ਦਾ ਇਲਮ ਹੋਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਉਹ ਨਿੰਦਕ ਬਣਿਆ ਹੈ, ਉਹਦੇ ਪਿੱਛੇ ਪ੍ਰਮਾਤਮਾ ਦਾ ਵੀ ਹੱਥ ਹੈ। ਪ੍ਰਮਾਤਮਾ ਨੇ ਉਹਨੂੰ ਨਿੰਦਕ ਬਣਾਇਆ ਹੈ, ਇਸ ਲਈ ਉਹ ਨਿੰਦਕ ਬਣਿਆ ਹੈ। ਉਹਦੀ ਆਪਣੀ ਮਰਜ਼ੀ ਦੇ ਨਾਲ ਉਹ ਨਿੰਦਕ ਨਹੀਂ ਬਣ ਗਿਆ। ਇਸ ਗੱਲ ਨੂੰ ਜਦੋਂ ਅਸੀਂ ਚੇਤੇ ਦੇ ਵਿੱਚ ਰੱਖੀਏ ਤੇ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਾਂਗੇ। ਕੋਈ ਸਾਡੇ ਨਾਲ ਨਿੱਜੀ ਤੌਰ ਤੇ ਬੁਰੇ ਤੋਂ ਬੁਰਾ ਵਿਵਹਾਰ ਵੀ ਕਰ ਜਾਏ, ਅਸੀਂ ਇਹੀ ਸੋਚਾਂਗੇ ਕਿ ਪ੍ਰਮਾਤਮਾ ਨੇ ਇਹਦੇ ਤੋਂ ਇਹ ਜਿਹਾ ਵਿਵਹਾਰ ਕਰਵਾਇਆ ਤਾਂ ਇਹਨੇ ਕੀਤਾ, ਇਹਦੇ 'ਚ ਇਹਦਾ ਤੇ ਕੋਈ ਕਸੂਰ ਨਹੀਂ। ਇਸ ਸੋਚ ਨੂੰ ਆਪਣੇ ਅੰਦਰ ਵਸਾ ਲੈਣਾ,
ਅਤਿਅੰਤ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਜੀਵਨ ਨੂੰ ਸੁੱਖਾਂ ਦੇ ਨਾਲ ਆਨੰਦ ਸਹਿਤ ਬਤੀਤ ਕਰਨਾ ਹੈ ਤਾਂ। ਆਪਣਾ ਖੇਲ ਆਪ ਕਰਨਾ ਹਾਰ, ਦੂਸਰ ਕੌਣ ਕਹੈ ਵਿਚਾਰ। ਇਹ ਆਪਣੇ ਖੇਡ ਨੂੰ ਖੇਡਣ ਵਾਲਾ ਉਹ ਪ੍ਰਮਾਤਮਾ ਆਪ ਹੈ, ਦੂਜਾ ਕੋਈ ਉਹਨੂੰ ਸਲਾਹ ਦੇਣ ਦੀ ਜੁਰਤ ਨਹੀਂ ਕਰ ਸਕਦਾ। ਕੋਈ ਉਹਦੀ ਹਸਤੀ ਦੇ ਬਰਾਬਰ ਦਾ ਨਹੀਂ ਜੋ ਉਹਨੂੰ ਸਲਾਹ ਦੇ ਸਕੇ ਕਿ ਪ੍ਰਮਾਤਮਾ ਤੂੰ ਐਂ ਕਰ ਲੈ, ਐਂ ਨਾ ਕਰ। ਜਿਸਨੋਂ ਕਿਰਪਾ ਕਰੈ ਤਿਸ ਆਪਨ ਨਾਮ ਦੇ, ਵਡਭਾਗੀ ਨਾਨਕ ਜਨ ਸੇ। ਜਿਸ ਮਨੁੱਖ ਦੇ ਉੱਪਰ, ਜਿਸ ਜੀਵ ਦੇ ਉੱਪਰ ਉਹ ਪ੍ਰਮਾਤਮਾ ਆਪਣੀ ਮਿਹਰ ਕਰਦਾ ਹੈ, ਉਹਨੂੰ ਆਪਣਾ ਨਾਮ ਬਖਸ਼ ਦਿੰਦਾ ਹੈ। ਹੇ ਨਾਨਕ, ਉਹ ਜਨ ਵੱਡੇ ਭਾਗਾਂ ਵਾਲਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 279ਵੇਂ ਤੇ 80ਵੇਂ ਅੰਗ ਤੇ ਵਿਰਾਜਮਾਨ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 13ਵੀਂ ਅਸ਼ਟਪਦੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਅਸ਼ਟਪਦੀ ਦੇ ਵਿੱਚ ਗੁਰੂ ਜੀ ਨੇ ਸੰਤ ਜਨ ਅਤੇ ਉਹਦੇ ਨਿੰਦਕ ਦਾ ਜੋ ਫਰਕ ਕਹਿ ਸਕਦੇ ਹਾਂ ਉਹ ਸਮਝਾਇਆ ਬੜੇ ਹੀ ਵਧੀਆ ਢੰਗ ਦੇ ਨਾਲ। ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਜੋ ਨਿੰਦਕ ਹੈ ਉਹ ਨਿੰਦਾ ਕਰਦਾ ਹੈ, ਉਹਦੀ ਉਹ ਨਿੰਦਾ ਉਪਜਦੀ ਕਿੱਥੋਂ ਹੈ। ਉਹਦੀ ਉਹ ਨਿੰਦਾ ਉਹਦੀ ਹਉਮੈ ਦੇ ਵਿੱਚੋਂ ਉਪਜਦੀ ਹੈ। ਉਹਦੇ ਅੰਦਰ ਇੱਕ ਤ੍ਰਿਸ਼ਨਾ ਦੀ ਅੱਗ ਹੁੰਦੀ ਹੈ, ਤ੍ਰਿਸ਼ਨਾ ਹੁੰਦੀ ਹੈ ਕਿ ਜੋ ਲੋਕ ਸੰਤ ਨਾਲ ਜੁੜੇ ਨੇ ਉਹ ਮੇਰੇ ਨਾਲ ਜੁੜ ਜਾਣ। ਇਸੇ ਤ੍ਰਿਸ਼ਨਾ ਦੇ ਵਿੱਚੋਂ, ਇਸੇ ਉਹਦੀ ਜੋ ਹਉਮੈ ਹੈ ਉਹਦੇ ਕਾਰਨ ਉਹਦੇ ਅੰਦਰੋਂ ਨਿੰਦਿਆ ਪੈਦਾ ਹੁੰਦੀ ਹੈ ਤੇ ਉਹ ਆਪਣੀ ਨਿੰਦਿਆ ਦਾ ਜਾਲ ਬੁਣਨ ਲੱਗਦਾ ਹੈ। ਉਸ ਜਾਲ ਦੇ ਵਿੱਚ ਉਹ ਆਪ ਹੀ ਫਸ ਵੀ ਜਾਂਦਾ ਹੈ, ਜਿਹਦੇ ਕਾਰਨ ਉਹਦੇ ਮੁਖ ਦਾ ਤੇਜ ਪ੍ਰਤਾਪ ਵੀ ਖਤਮ ਹੋ ਜਾਂਦਾ ਹੈ। ਜਗਤ ਦੇ ਵਿੱਚ ਉਹਨੂੰ ਸ਼ੋਭਾ ਵੀ ਕੋਈ ਨਹੀਂ ਮਿਲਦੀ, ਸਦਾ ਹੀ ਦੁਖੀ ਰਹਿੰਦਾ ਹੈ, ਨਰਕਾਂ ਦਾ ਭਾਗੀਦਾਰ ਹੋ ਜਾਂਦਾ ਹੈ। ਸੁੱਖ ਉਹਦੇ ਜੀਵਨ ਦੇ ਵਿੱਚੋਂ ਖੁੰਝ ਜਾਂਦੇ ਨੇ। ਸੋ ਉਮੀਦ ਕਰਦੇ ਹਾਂ ਕਿ ਜਿੰਨੇ ਵਧੀਆ ਢੰਗ ਦੇ ਨਾਲ ਗੁਰੂ ਜੀ ਨੇ ਸਾਨੂੰ ਇਹ ਬਾਣੀ ਸਮਝਾਈ ਹੈ, ਜਿੰਨੇ ਵਧੀਆ ਢੰਗ ਦੇ ਨਾਲ ਗੁਰੂ ਜੀ ਨੇ ਸਾਨੂੰ ਇਹ ਵੀ ਸਮਝਾਇਆ ਹੈ ਕਿ ਉਸ ਨਿੰਦਕ ਦਾ ਆਪਣਾ ਕੋਈ ਕਸੂਰ ਨਹੀਂ ਹੁੰਦਾ। ਉਸ ਨਿੰਦਕ ਨੂੰ ਪ੍ਰਮਾਤਮਾ ਨੇ ਜਿਉ ਜਿਹਾ ਬਣਾਇਆ ਉਹ ਉਹੋ ਜਿਹਾ ਹੀ ਬਣ ਗਿਆ। ਜਿੰਨੇ ਵਧੀਆ ਢੰਗ ਦੇ ਨਾਲ ਗੁਰੂ ਜੀ ਨੇ ਸਾਨੂੰ ਇਹ ਗੱਲਾਂ ਸਮਝਾਈਆਂ ਨੇ, ਆਓ ਕੋਸ਼ਿਸ਼ ਕਰੀਏ ਉਹਨੇ ਵਧੀਆ ਢੰਗ ਦੇ ਨਾਲ ਹੀ ਅਸੀਂ ਇਹਨਾਂ ਗੱਲਾਂ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਪਾਈਏ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਆਨੰਦ ਸਹਿਤ ਬਤੀਤ ਕਰ ਸਕੀਏ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।